ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ। ਅੱਜ ਆਪਾਂ 9ਵੀਂ ਦੀ ਸਾਇੰਸ ਦੀ ਵਰਕਸ਼ੀਟ ਦੇ ਵਿੱਚ ਪ੍ਰੈਕਟਿਸ ਸ਼ੀਟ ਨੰਬਰ 5 ਅਤੇ 6 ਹੱਲ ਕਰਾਂਗੇ। ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਆਪਣੀ ਜਿਹੜੀ ਸਾਇੰਸ ਵਰਕਸ਼ੀਟ ਆ 9ਵੀਂ ਕਲਾਸ ਲਈ ਉਹ ਪੂਰੀ ਕਰ ਸਕਦੇ ਹੋ। ਠੀਕ ਹੈ ਬੇਟਾ, ਤਾਂ ਸਹੀ ਟਿਕ ਆ ਜਿਹੜੇ ਉਹ ਤੁਸੀਂ ਆਪਣੀ ਕਾਪੀ 'ਤੇ ਜਾਂ ਆਪਣੀ ਵਰਕਸ਼ੀਟ 'ਤੇ ਲਗਾ ਲੈਣੇ ਆ, ਤੁਹਾਨੂੰ ਇਹ ਪੱਕੇ ਪੇਪਰ ਦੇ ਵਿੱਚ ਹੈਲਪ ਕਰਨਗੇ। ਠੀਕ ਹੈ ਜੀ, ਚਲੋ ਫਸਟ ਕੁਐਸਚਨ ਹੈ ਬੇਟਾ ਆਪਣਾ, ਸਵੈ ਚਲਿਤ ਵਾਹਨ ਦਾ ਓਡੋਮੀਟਰ ਕੀ ਮਾਪਦਾ ਹੈ। ਜਿਹੜਾ ਇੱਕ ਯੰਤਰ ਲੱਗਿਆ ਹੁੰਦਾ ਹੈ, ਮੋਟਰਸਾਈਕਲ ਦੇ ਵਿੱਚ ਵੀ ਹੁੰਦਾ, ਇਹ ਕਾਰਾਂ ਦੇ ਵਿੱਚ ਵੀ ਹੁੰਦਾ। ਕੀ ਮਾਪਦਾ ਬੇਟਾ? ਜਿਹੜਾ ਓਡੋਮੀਟਰ ਹੁੰਦਾ ਦੂਰੀ ਮਾਪਦਾ। ਇੱਕ ਸਪੀਡੋਮੀਟਰ ਹੁੰਦਾ ਜਿਹੜਾ ਆਪਾਂ ਨੂੰ ਸਪੀਡ ਦੱਸਦਾ ਵੀ ਕਿੰਨੀ ਹੈ। ਠੀਕ ਹੈ, ਇਹ ਕੀ ਮਾਪਦਾ? ਦੂਰੀ ਮਾਪਦਾ। ਨੈਕਸਟ, ਹੇਠਾਂ ਦਰਸਾਏ ਗ੍ਰਾਫ ਵਿੱਚੋਂ ਕਿਹੜਾ ਗ੍ਰਾਫ ਵਸਤੂ ਦੀ ਇੱਕ ਸਮਾਨ ਗਤੀ ਨੂੰ ਦਰਸਾਉਂਦਾ ਹੈ? ਕਿਹੜਾ ਗ੍ਰਾਫ ਦਰਸਾਉਂਦਾ ਬੇਟਾ? ਦੂਰੀ ਸਮਾਂ ਗ੍ਰਾਫ, ਸੈਕਿੰਡ ਆਪਸ਼ਨ ਵਾਲਾ। ਤੁਹਾਡੀ ਸਾਈਕਲ 20 ਸੈਕਿੰਡ ਵਿੱਚ 5 ਮੀਟਰ ਪਰ ਸੈਕਿੰਡ ਦੀ ਚਾਲ ਪ੍ਰਾਪਤ ਕਰਦੀ ਹੈ। ਸਾਈਕਲ ਦਾ ਪ੍ਰਵੇਗ ਕੀ ਹੋਏਗਾ? ਸਾਈਕਲ ਦਾ ਪ੍ਰਵੇਗ ਕੀ ਹੋਏਗਾ? ਆਪਾਂ ਫਾਰਮੂਲਾ ਲਾਵਾਂਗੇ v = u + at। v ਮਤਲਬ ਫਾਈਨਲ ਵੇਗ, u ਆ ਜਿਹੜਾ ਇਨੀਸ਼ੀਅਲ ਵੇਗ ਆ, ਆਰੰਭਿਕ ਵੇਗ ਆ ਜਿਹੜਾ 0 ਆ, ਕਿਉਂਕਿ ਉਹ ਵਿਰਾਮਾਵਸਥਾ ਤੋਂ ਸ਼ੁਰੂ ਕੀਤੀ। v ਆ ਜਿਹੜਾ ਫਾਈਨਲ ਕਿੰਨਾ ਹੋ ਗਿਆ ਸੀ ਬੇਟਾ? 5 ਮੀਟਰ ਪਰ ਸੈਕਿੰਡ ਹੋ ਗਿਆ। ਟਾਈਮ ਆਪਣੇ ਕੋਲ ਕਿੰਨਾ ਦਿੱਤਾ ਹੋਇਆ? 20 ਸੈਕਿੰਡ। ਠੀਕ ਹੈ, ਆਪਾਂ ਐਕਸਲੇਸ਼ਨ ਕੱਢਣਾ, ਪ੍ਰਵੇਗ ਕੱਢਣਾ। ਆਪਣੇ ਕੋਲ ਫਾਰਮੂਲਾ ਹੁੰਦਾ v = u + at। ਆਪਾਂ ਇਹਦੇ ਵਿੱਚ ਭਰ ਦਿੰਦੇ ਹਾਂ। v ਆਪਣੇ ਕੋਲ ਕਿੰਨਾ ਦਿੱਤਾ ਬੇਟਾ? 5 ਦਿੱਤਾ। u ਆਪਣੇ ਕੋਲ 0 ਦਿੱਤਾ। a ਆਪਾਂ ਪਤਾ ਕਰਾਂਗੇ। t ਆਪਣੇ ਕੋਲ ਕਿੰਨਾ ਦਿੱਤਾ? 20 ਸੈਕਿੰਡ। ਠੀਕ ਹੈ, ਤਾਂ 0 ਹੀ ਹੋ ਗਿਆ। ਮਤਲਬ ਜਿਹਨੂੰ ਆਪਾਂ ਕਰੀਏ 20a = 5, 20a = 5 ਦੇ ਹੋ ਜਾਊਗਾ। ਜਾਂ ਆਪਾਂ ਕਹੀਏ a ਆ ਜਿਹੜਾ ਪ੍ਰਵੇਗ ਆ ਜਿਹੜਾ ਉਹ 5/20 ਹੋਏਗਾ। 1/4 ਹੋ ਜੂ ਬੇਟਾ। 1/4 ਨੂੰ ਆਪਾਂ ਹੱਲ ਕਰ ਲਾਂਗੇ, ਭਾਗ ਕਰਕੇ ਕਿੰਨਾ ਬਣ ਜੂ? 0.25 ਮੀਟਰ ਪਰ ਸੈਕਿੰਡ। ਠੀਕ ਹੈ, ਇਹ ਆ ਜਾਏਗੀ ਸਹੀ ਆਪਸ਼ਨ ਇਹਦੇ ਲਈ, ਸੱਸਾ ਆਪਸ਼ਨ 0.25। ਦੂਰੀ ਕਿਸ ਪ੍ਰਕਾਰ ਦੀ ਰਾਸ਼ੀ ਹੈ? ਸਕੇਲਰ, ਵੈਕਟਰ, ਇਹ ਦੋਨੋਂ। ਕਿਹੜੀ ਹੈ ਵੀ? ਸਕੇਲਰ। ਹਵਾ ਵਿੱਚ ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ ਬੇਟਾ? 3 × 10⁸ ਮੀਟਰ ਪਰ ਸੈਕਿੰਡ। ਪ੍ਰਵੇਗ ਦਾ ਮਾਤਰਕ ਕੀ ਹੈ? SI ਇਕਾਈ ਆਫ ਐਕਸਲੇਸ਼ਨ ਕੀ ਹੈ ਵੀ? ਪ੍ਰਵੇਗ ਦਾ ਮੀਟਰ ਪਰ ਸੈਕਿੰਡ ਸਕੁਏਅਰ। ਘੜੀ ਦੀ ਸੈਕਿੰਡ ਵਾਲੀ ਸੂਈ ਦੇ ਸਿਰੇ ਦੀ ਜਿਹੜੀ ਗਤੀ ਹੈ ਉਹ ਕਿਸ ਪ੍ਰਕਾਰ ਦੀ ਗਤੀ ਹੁੰਦੀ ਹੈ ਬੇਟਾ? ਕਿਵੇਂ ਮੂਵ ਕਰਦੀ ਹੈ? ਐਵੇਂ ਮੂਵ ਕਰਦੀ ਹੈ। ਸਿਰਾ ਜਿਹੜਾ ਉਹਦਾ ਹੁੰਦਾ ਕਿਹੜੀ ਗਤੀ ਹੁੰਦੀ ਹੈ? ਚੱਕਰਾਕਾਰ ਗਤੀ। ਹੇਠਾਂ ਦਰਸਾਏ ਗ੍ਰਾਫ ਵਿੱਚ ਕਿਹੜਾ ਗ੍ਰਾਫ ਵਸਤੂ ਦੀ ਅਸਮਾਨ ਗਤੀ ਨੂੰ ਦਰਸਾਉਂਦਾ ਹੈ? ਦੇਖੋ ਵੀ ਕਿਹੜਾ ਗ੍ਰਾਫ ਹੈ ਜਿਹੜਾ ਅਸਮਾਨ ਗਤੀ ਨੂੰ ਦਰਸਾਉਂਦਾ ਹੈ? ED ਗ੍ਰਾਫ। ਵੇਗ ਸਮਾਂ ਗ੍ਰਾਫ ਵਿੱਚ ਘੇਰੇ ਗਏ ਖੇਤਰਫਲ ਤੋਂ ਮਾਪੀ ਜਾਣ ਵਾਲੀ ਰਾਸ਼ੀ ਹੈ ਜਿਹੜੀ ਉਹ ਕਿਹੜੀ ਹੈ? ਕਿਹੜੀ ਮਾਪੀ ਜਾਂਦੀ ਹੈ ਬੇਟਾ? ਉਸ ਦੇ ਖੇਤਰਫਲ ਤੋਂ ਵੇਗ ਸਮਾਂ ਗ੍ਰਾਫ ਦੇ ਵਿੱਚ? ਵਿਸਥਾਪਨ। ਨੈਕਸਟ ਆਪਣਾ ਕੁਐਸਚਨ ਹੈ, ਗਤੀ ਕਿੰਨੇ ਕਿਸਮ ਦੀ ਹੁੰਦੀ ਹੈ? ਕਿੰਨੀਆਂ ਕਿਸਮਾਂ ਨੇ ਬੇਟਾ ਗਤੀ ਦੀਆਂ? 4। ਨੈਕਸਟ, ਚਾਲ ਦਾ ਮਾਤਰਕ ਕੀ ਹੈ? ਚਾਲ ਦਾ ਮਾਤਰਕ ਹੈ ਮੀਟਰ ਪਰ ਸੈਕਿੰਡ। ਇੱਕ ਟਰੱਕ 2 ਘੰਟੇ ਵਿੱਚ 100 ਕਿਲੋਮੀਟਰ ਦੂਰੀ ਤੈਅ ਕਰੇ ਤਾਂ ਉਸਦੀ ਔਸਤ ਚਾਲ ਕਿੰਨੀ ਹੋਏਗੀ? ਟਾਈਮ ਆਪਾਂ ਨੂੰ 2 ਘੰਟੇ ਗਿਵਨ ਹੈ, ਦੂਰੀ S ਆਪਾਂ ਨੂੰ 100 ਦਿੱਤੀ ਹੈ। ਤਾਂ S = VT ਹੁੰਦਾ, V = S/T ਹੋ ਜਾਏਗਾ। ਔਸਤ ਚਾਲ ਕਿੰਨੀ ਹੋ ਜੂਗੀ? 100/2, ਮਤਲਬ ਕੱਟ ਕੇ ਕਿੰਨਾ ਆ ਜਾਊਗਾ? 50 ਕਿਲੋਮੀਟਰ ਪਰ ਔਰ 50 ਕਿਲੋਮੀਟਰ ਪ੍ਰਤੀ ਘੰਟਾ। ਸੈਕਿੰਡ ਆਪਸ਼ਨ। ਸਦਿਸ਼ ਰਾਸ਼ੀ ਨੂੰ ਕਿਸ ਦੁਆਰਾ ਦਰਸਾਇਆ ਜਾਂਦਾ ਹੈ? ਹਾਂਜੀ ਬੇਟਾ, ਸਦਿਸ਼ ਰਾਸ਼ੀ ਨੂੰ ਕਿਸ ਦੁਆਰਾ ਦਰਸਾਇਆ ਜਾਂਦਾ ਹੈ? ਸਕੇਲਰ ਕੁਆਂਟੀਟੀ। ਸਦਿਸ਼ ਰਾਸ਼ੀ ਮਤਲਬ ਸਕੇਲਰ ਕੁਆਂਟੀਟੀ। ਆਦੇਸ਼ ਰਾਸ਼ੀ ਆ ਗਿਆ ਆਪਾਂ ਨੂੰ ਤਾਂ ਵੈਕਟਰ ਕੁਆਂਟੀਟੀ ਹੁੰਦੀ ਆ ਉਹ। ਸਦਿਸ਼ ਰਾਸ਼ੀ ਮਤਲਬ ਸਕੇਲਰ ਕੁਆਂਟੀਟੀ। ਤਾਂ ਸਕੇਲਰ ਕੁਆਂਟੀਟੀ ਆਪਾਂ ਨੂੰ ਦਿਸ਼ਾ ਦੀ ਲੋੜ ਨਹੀਂ ਹੁੰਦੀ, ਤਾਂ ਇਕੱਲਾ ਪਰਿਮਾਣ ਹੀ ਚਾਹੀਦਾ, ਮਾਪ ਚਾਹੀਦਾ। ਠੀਕ ਹੈ, ਇੱਕ ਸਮਾਨ ਚੱਕਰਾਕਾਰ ਗਤੀ ਦੀ ਉਦਾਹਰਨ ਹੈ? ਜਹਾਜ਼ ਦੀ ਗਤੀ, ਗੇਂਦ ਦੀ ਗਤੀ, ਘੜੀ ਦੀ ਸੂਈਆਂ ਦੀ ਗਤੀ ਆ ਜਾਏਗੀ ਇਹਦੇ ਲਈ ਸਹੀ ਆਪਸ਼ਨ। ਨੈਕਸਟ, ਇਹਨਾਂ ਸੂਤਰਾਂ ਵਿੱਚੋਂ ਕਿਸ ਸੂਤਰ ਦੁਆਰਾ ਦੂਰੀ ਦਾ ਪਤਾ ਨਹੀਂ ਲਗਾਇਆ ਸਕਦਾ? ਦੂਰੀ ਨੂੰ ਆਪਾਂ ਕਿਸ ਨਾਲ ਰਿਪਰਜੈਂਟ ਕਰਦੇ ਹਾਂ ਬੇਟਾ? S। ਜਿਹਦੇ ਵਿੱਚ S ਨਹੀਂ ਹੈ ਉਸ ਦੇ ਵਿੱਚ ਆਪਾਂ ਦੂਰੀ ਦਾ ਪਤਾ ਨਹੀਂ ਲਗਾ ਸਕਦੇ। ਇਸ ਦੇ ਵਿੱਚ S ਨਹੀਂ ਹੈ, ਇਹ ਸਹੀ ਆਪਸ਼ਨ ਆ ਜਾਏਗੀ। V = U + at। ਬਾਕੀ ਸਾਰਿਆਂ ਵਿੱਚ S ਹੈਗੀ ਆ।
इन्हां विचों किहड़ी एक समान प्रवेग की उदाहरण है? घड़ी के पेंडुलम की गति, सूरज के दुआले गति, घड़ी की सैकंड वाली सूई की गति, सुतंत्र डिग रही वस्तु की गति। एक समान प्रवेग होएगा इहदे विच। हेठां ते ग्राफ विचों किहड़ा ग्राफ ऋणात्मक प्रवेगित गति नूं दर्शाउंदा है? किहड़ा दर्शाउंदा बेटा? फस्ट ग्राफ, पहली ऑप्शन। एक वस्तु आर अर्धव्यास वाले चक्राकार पाथ उत्ते गति करती है, एक चक्कर पूरा लगाउण ते वस्तु की गति कितनी होगी? वस्तु की गति नहीं आएगा बेटा, इत्थे थोड़ी जी गलती है। ये दसने वस्तु कितनी दूरी तय करेगी एक चक्कर पूरा करने। एक चक्कर पूरा करने ते वस्तु कितनी दूरी तय करेगी बेटा? देखो तुसी कितनी दूरी तय करेगी? जिन्ना उहदा सरकमफ्रेंस होएगा, जिन्ना चक्कर का प्रमाप होएगा। कितना चक्कर का प्रमाप? 2 पाई आर। तो 2 पाई आर तय करेगी दूरी। ठीक है। दूरी समा ग्राफ की ढाल की दसदी है? दूरी समा ग्राफ की ढाल की दसदी है? ये आपां दसना भी जिहड़ा दूरी समा ग्राफ हुंदा है उसकी जिहड़ी ढाल है वो की दसदी है? आपां नूं चाल दसदी है। ठीक है। नैक्सट, जेकर किसी साइकिल की चाल 2 घंटे में ब्रह्मावस्था तो 20 किलोमीटर प्रति घंटा हो जाए, उसका प्रवेग की होएगा? ये भी आसान ही है बेटा। टाइम आपां नूं कितना दिता? गिवन टाइम आपां 2 घंटे दिता। इनीशियल वेलोसिटी शुरू वाला वेग आपां नूं 0 दिता है, 2 घंटे बाद कितना हो जाए? 20। आपां उही फार्मूला लावांगे v = u + at। ठीक है। इस भर देंगे v बराबर v की थां ते 20 भर देंगे, u 0 है। ये आपां प्रवेग पता करना है, t अपने कोले 2 गिवन है, तो 2 आ जिहड़ा उधर जाके भाग हो जाएगा। a कितना हो जूगी? 20/2 भाग करके कितना हो जाएगा? 10 km/h²। ठीक है। सैकंड ऑप्शन सही बन जाए। नैक्सट, एक वस्तु जेकर वस्तु आरंभिक बिंदु ए तो किसी होर बिंदु बी तक दूरी x तय करती है, बिंदु बी तो वापस बिंदु ए तक आउंदी है, तो उसका कुल विस्थापन कितना होएगा? एक बिंदु तो शुरू करके उस बिंदु से वापस आ गई तो विस्थापन है जिहड़ा उस केस दे विच की होएगा बेटा? 0 होएगा। ठीक है। क्योंकि उत्थों ही चली, मतलब ए तो चल के ए ते ही वापस आ गई। इनीशियल ते फाइनल डिस्टेंस आपां देखनी हुंदी है, वो विस्थापन हुंदा है। तो इस केस दे विच विस्थापन है जिहड़ा वो फस्ट ऑप्शन आएगी 0। ठीक है। नैक्सट, किसी वस्तु का वेग किस राशि के बदलना बदलेगा? वेग आ जिहड़ा वो चाल अते गति की दिशा दोनों पर निर्भर करता है, मतलब दोनों के बदलना बदलेगा। चाल अते वेग, मतलब पहली इन्हां दो ये दोने चाल अते वेग, ईडी ऑप्शन सही आ जाएगी। हेठ लिखियां विचों किहड़ी राशि ऋणात्मक हो सकती है? इन्हां विचों किहड़ी राशि ऋणात्मक हो सकती है बेटा? विस्थापन, क्योंकि यह दिशा जे उल्ट दिशा होगी तो विस्थापन जिहड़ा ऋणात्मक हो सकता है। किसी वस्तु की स्थिति नूं दर्शाउण लई निर्धारित निश्चित बिंदु नूं की बोलते हैं बेटा? ओरिजिन, मूल बिंदु। ठीक है। वस्तु की पहली और अंतिम स्थिति विचकार छोटी तो छोटी मापी गई दूरी नूं आपां की बोलते हैं? विस्थापन बोलते हैं। नैक्सट, जदों वस्तु बराबर समांतरालां विच बराबर दूरी तय करे तो उसकी गति किस किस्म की होएगी बेटा? एक समान गति, यूनीफॉर्म। किसी भीड़ वाली सड़क पर जा रही कार की गति की किस्म? भीड़ वाली सड़क पर कार आ जिहड़ी कदे हौली चलेगी कदे तेज़ चलेगी, तो किहड़ी गति होएगी? असमान गति। एक वस्तु 16 मीटर की दूरी 4 सैकंड में, दोबारा 16 मीटर की दूरी 2 सैकंड में तय करती है, उसकी औसत चाल की होएगी? औसत चाल किहदे बराबर हुंदी है? टोटल दूरी कितनी तय की ते टोटल समा कितना लग्या, भाग करांगे टोटल समय नाल। दूरी उहने तय करती 32, अपने कोले v बटा s/t हुंदा है, मतलब दूरी बटा समा हुंदा है। टोटल दूरी उहने 32, समा कितना लग्या भी उहनूं 6 सैकंड। तैनूं आपां भाग कर दांगे, अपने कोल नीयर अबाउट 5.33 मीटर/सैकंड आ जाएगी, मतलब ईडी ऑप्शन है जिहड़ी आपां नूं सही बन जूगी। नैक्सट, बिजली की चमक ते बदल की गरज विचों किस दी चाल आ जिहड़ी वो तेज़ है? किस दी चाल तेज़ है बेटा? बिजली की चमक, क्योंकि वो लाइट है, जिहड़ी स्पीड ऑफ लाइट है वो ज़्यादा हुंदी है साउंड नालों। ठीक है। जेकर प्रवेग वेग की दिशा तो उल्ट होवे तो वो किस किस्म का प्रवेग होएगा? किहड़ा होएगा बेटा? ऋणात्मक होएगा। ठीक है। नैक्सट अपनी शीट नंबर है 6, बल अते गति के नियम दे विचों। फुटबाल की खेड विच गोलकीपर गोल दागण तो बाद गेंद फड़ के अपने हत्थ पिछे वाल खिंचता है,
ਇਹ ਗੋਲਕੀਪਰ ਨੂੰ ਯੋਗ ਕਰਦਾ ਕਿਸ ਕਰਨ ਵੀ ਰਫਤਾਰ ਬਦਲਣ ਦੀ ਦਰ ਨੂੰ ਘਟਾਉਣ ਲਈ, ਵੀ ਜਿਹੜਾ ਰੇਟ ਚੇਂਜ ਹੋਏਗਾ ਮੋਮੈਂਟਮ ਦਾ ਉਸ ਨੂੰ ਘਟਾਇਆ ਜਾ ਸਕੇ। ਠੀਕ ਹੈ। ਪੁੰਜ 2 ਕਿਲੋਗ੍ਰਾਮ ਦੀ ਇੱਕ ਵਸਤੂ ਇੱਕ ਘੱਟ ਰਗੜ ਵਾਲੇ ਹੌਰੀਜ਼ੌਂਟਲ ਟੇਬਲ 'ਤੇ 4 ਮੀਟਰ ਪਰ ਸੈਕਿੰਡ ਦੀ ਨਿਰੰਤਰ ਗਤੀ ਨਾਲ ਖਿਸਕ ਰਹੀ ਹੈ। ਇੱਕੋ ਗਤੀ ਨਾਲ ਇਕਾਈ ਨੂੰ ਚੱਲਦੇ ਰੱਖਣ ਲਈ ਲੋੜੀਂਦਾ ਬਲ ਹੈ। ਬਲ ਆਪਾਂ ਪਤਾ ਕਰਨਾ ਫੋਰਸ, ਉਹ ਕਿਹਦੇ ਬਰਾਬਰ ਹੁੰਦੀ ਹੈ, ਮਾਸ ਇੰਟੂ ਐਕਸਲੇਸ਼ਨ। ਮਾਸ ਮਤਲਬ ਪੁੰਜ ਇੱਕ ਸਮਾਨ ਹੈ ਤਾਂ ਉਹ ਨਹੀਂ ਹੋਏਗਾ। ਦੇਖੋ ਬੇਟਾ, ਹਾਂਜੀ ਇਹ ਆਪਣੇ ਕੋਲੇ ਹੁੰਦਾ ਬੇਟਾ ਫਾਰਮੂਲਾ ਜਿਹੜਾ ਆਪਾਂ ਪਹਿਲਾਂ ਕਰ ਰਹੀ ਫੋਰਸ ਮਾਸ ਇੰਟੂ ਐਕਸਲੇਸ਼ਨ। ਇਸ ਕੇਸ ਦੇ ਵਿੱਚ ਜਿਹੜਾ ਪ੍ਰਵੇਗ ਆ ਬੇਟਾ ਉਹ 0 ਹੋ ਜਾਏਗਾ, ਕਿਉਂਕਿ ਉਹਦੀ ਜਿਹੜੀ ਗਤੀ ਹੈ ਉਹ ਇੱਕੋ ਜਿਹੀ ਗਤੀ ਹੈ, ਇੱਕ ਸਮਾਨ ਗਤੀ ਹੈ 4 ਮੀਟਰ ਪਰ ਸੈਕਿੰਡ ਦੀ। ਜੇ ਇੱਕ ਸਮਾਨ ਗਤੀ ਹੈ ਤਾਂ ਉਸਦੀ ਗਤੀ ਹੈ ਜਿਹੜੀ ਉਹ ਬਦਲ ਨਹੀਂ ਰਹੀ, ਅਤੇ ਜਿਹੜਾ ਟੇਬਲ ਹੈ ਉਹ ਫ੍ਰਿਕਸ਼ਨਲੈਸ ਹੈ, ਮਤਲਬ ਉਹਦੇ ਵਿੱਚ ਰਗੜ ਬਹੁਤ ਘੱਟ ਹੈ। ਤਾਂ ਇਸ ਨੂੰ ਚੱਲਦੇ ਰੱਖਣ ਲਈ ਲੋੜੀਂਦਾ ਬਲ ਆ ਜਿਹੜਾ ਉਹ ਐਕਸਲੇਸ਼ਨ 0 ਹੋ ਜਾਏਗਾ। ਇਹ ਆਪਣੇ ਕੋਲੇ 0 ਹੋ ਜਾਏਗਾ ਤਾਂ ਬਲ ਕਿੰਨਾ ਹੋ ਜੂ ਵੀ, ਤਾਂ 2 ਗੁਣਾ 0 ਮਤਲਬ 0 ਹੀ ਹੋ ਜਾਏਗਾ। 0 ਨਿਊਟਨ ਆ ਜਿਹੜਾ ਉਹਦੇ 'ਤੇ ਬਲ ਲਗਾਉਣਾ ਪਏਗਾ, ਮਤਲਬ ਕੋਈ ਵੀ ਬਲ ਉਹਦੇ 'ਤੇ ਨਹੀਂ ਲਗਾਉਣਾ ਪਏਗਾ, 0 ਨਿਊਟਨ। ਨੈਕਸਟ, ਨਿਊਟਨ ਦਾ ਗਤੀ ਦਾ ਤੀਜਾ ਨਿਯਮ ਦੋ ਸ਼ਕਤੀਆਂ ਅਰਥਾਤ ਕਿਰਿਆ ਅਤੇ ਪ੍ਰਤੀਕਿਰਿਆ ਦੇ ਅਮਲ ਵਿੱਚ ਆਉਣ ਵੇਲੇ ਵਿਆਖਿਆ ਕਰਦਾ ਹੈ। ਜਦੋਂ ਦੋਵੇਂ ਸੰਸਥਾਵਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਇਹ ਦੋ ਬਲ ਕੀ ਕਰਦੇ ਨੇ ਬੇਟਾ, ਹਮੇਸ਼ਾ ਵੱਖੋ ਵੱਖਰੀਆਂ ਸਥਿਤੀਆਂ 'ਤੇ ਉਲਟ ਦਿਸ਼ਾਵਾਂ 'ਤੇ ਕੰਮ ਕਰਦੇ ਨੇ। ਠੀਕ ਹੈ। ਨੈਕਸਟ, ਇੱਕ ਰਾਕਟ ਵਿੱਚ ਬਾਲਣ ਦੇ ਬਲ ਨਾਲ ਪੈਦਾ ਕੀਤੀਆਂ ਗਈਆਂ ਗੈਸਾਂ ਦੀ ਇੱਕ ਵੱਡੀ ਮਾਤਰਾ ਨੂੰ ਆਪਣੀ ਪੂਛ ਨੋਜ਼ਲ ਨਾਲ ਜ਼ਬਰਦਸਤ ਰਫਤਾਰ ਨਾਲ ਹੇਠਾਂ ਦਿਸ਼ਾ ਵੱਲ ਭੱਜਣ ਦੀ ਆਗਿਆ ਦਿੱਤੀ ਜਾਂਦੀ ਹੈ, ਜਿਸ ਨਾਲ ਰਾਕਟ ਉੱਪਰ ਵੱਲ ਨੂੰ ਜਾਂਦਾ ਹੈ। ਤਾਂ ਇਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕੀ ਕਹਿ ਰਹੇ ਨੇ। ਰਾਕਟ ਦੇ ਚੜ੍ਹਨ ਵਿੱਚ ਕਿਹੜੇ ਸਿਧਾਂਤ ਦੀ ਪਾਲਣਾ ਕੀਤੀ ਜਾਂਦੀ ਹੈ, ਨਿਊਟਨ ਦੇ ਗਤੀ ਦਾ ਤੀਸਰਾ ਨਿਯਮ। ਨੈਕਸਟ, ਟੈਂਕ ਦੀ ਉਚਾਈ ਦੇ 2/3 ਤੱਕ ਭਰਿਆ ਪਾਣੀ ਦਾ ਟੈਂਕ ਇੱਕਸਾਰ ਗਤੀ ਨਾਲ ਚੱਲ ਰਿਹਾ ਹੈ। ਅਚਾਨਕ ਬ੍ਰੇਕ ਲਗਾਉਣ 'ਤੇ ਟੈਂਕ ਵਿੱਚ ਪਾਣੀ ਪਿੱਛੇ ਜਾਵੇਗਾ, ਅੱਗੇ ਜਾਏਗਾ, ਸਥਿਰ ਰਹੇਗਾ। ਕੀ ਹੋਏਗਾ, ਅਚਾਨਕ ਬ੍ਰੇਕ ਲਗਾਉਣ 'ਤੇ ਜਿਹੜਾ ਪਾਣੀ ਹੈ ਉਹ ਕੀ ਹੋਏਗਾ, ਅੱਗੇ ਜਾਏਗਾ। ਇੱਕ ਕੰਕਰੀਟ ਫਰਸ਼ 'ਤੇ ਪੁੰਜ 50 ਗ੍ਰਾਮ ਦੀ ਇੱਕ ਗੇਂਦ ਵੇਗ ਨਾਲ ਰੁੜਦੀ ਹੈ। ਇਹ ਵੇਗ ਸਮਾਂ ਗ੍ਰਾਫ ਹੈ ਜਿਹੜਾ ਦਿਖਾਇਆ ਗਿਆ, ਜਿਵੇਂ ਕਿ ਡਾਇਗਰਾਮ ਦੇ ਵਿੱਚ ਦਿਖਾਇਆ ਗਿਆ। ਬਲ ਦਾ ਰਗੜ ਬਲ ਕੀ ਹੋਏਗਾ, ਦੇਖੋ ਬੇਟਾ ਇਹ ਕਲੀਅਰ ਨਹੀਂ ਹੈ, ਇੱਥੇ 1 2 3 ਲਿਖਿਆ ਹੋਇਆ ਇੱਧਰਲੇ ਪਾਸੇ, ਤੁਹਾਡੀ ਵਰਕਸ਼ੀਟ 'ਚ ਕਲੀਅਰ ਹੋਏਗਾ। ਇੱਥੇ ਵੀ 1 2 3 ਲਿਖਿਆ ਹੋਇਆ। ਠੀਕ ਹੈ। ਇੱਧਰ V ਹੈ, ਇੱਧਰ ਟਾਈਮ T ਹੈ। ਠੀਕ ਹੈ। ਟਾਈਮ ਆ ਜਿਹੜਾ ਉਹ 3 ਸੈਕਿੰਡ ਹੈ। ਠੀਕ ਹੈ। ਵੈਲੋਸਿਟੀ ਆਪਾਂ ਦੇਖਣੀ ਹੈ, ਰੇਟ ਆਫ ਚੇਂਜ ਆਫ ਵੈਲੋਸਿਟੀ ਪਹਿਲਾਂ 0 ਸੀ ਇੱਥੇ। ਠੀਕ ਹੈ। ਇੱਥੇ ਜਾ ਕੇ ਕਿੰਨੀ ਹੋ ਗਈ, 3 ਹੋ ਗਈ। ਠੀਕ ਹੈ। ਮਤਲਬ ਰੇਟ ਚੇਂਜ ਕਿੰਨਾ ਹੋ ਗਿਆ ਵੈਲੋਸਿਟੀ ਦਾ, 3 - 0 ਮਤਲਬ 3 ਹੀ ਹੋ ਗਿਆ। ਠੀਕ ਹੈ। ਕਿਉਂਕਿ ਰਗੜ ਬਲ ਕਿਹਦੇ ਬਰਾਬਰ ਹੋਊਗਾ, F = ma। ਇਹ ਆਪਾਂ ਕੱਢੀਏ ਤਾਂ ਇਹ ਹੋਊਗਾ V - U/T। ਤਾਂ 3 - 0/3 3 ਸੈਕਿੰਡਾਂ ਦੀ ਗੱਲ ਚੱਲ ਰਹੀ ਹੈ। 3/3 ਮਤਲਬ ਐਕਸਲੇਸ਼ਨ ਕਿੰਨਾ ਹੋ ਜਾਏਗਾ, 1 ਮੀਟਰ ਪਰ ਸੈਕਿੰਡ ਸਕੁਅਰ। ਤਾਂ ਉਹੀ ਫਾਰਮੂਲਾ ਆਪਾਂ ਦੁਬਾਰਾ ਦੇਖ ਲੈਂਦੇ ਹਾਂ। F = ma। ਮਾਸ ਆ ਜਿਹੜਾ ਉਹਦਾ 50 ਗ੍ਰਾਮ ਹੈ। ਜੇ ਉਹਨੂੰ ਕਿਲੋਗ੍ਰਾਮ 'ਚ ਬਦਲਦੀ ਆਪਾਂ 1000 ਨਾਲ ਭਾਗ ਕਰ ਦਾਂਗੇ। ਐਕਸਲੇਸ਼ਨ ਆਪਾਂ 1 ਕੱਢਿਆ ਹੁਣੀ, 0 ਨਾਲ 0 ਕੱਢ ਦਾਂਗੇ। 5/100 ਜਾਂ ਆਪਾਂ ਕਰੀਏ 0.05 ਨਿਊਟਨ ਆ ਜਿਹੜਾ ਉਸ 'ਤੇ ਰਗੜ ਬਲ ਹੋਏਗਾ। ਠੀਕ ਹੈ। 0.05 ਨਿਊਟਨ। ਜਦੋਂ ਹੱਥਾਂ ਵਿਚਾਲੇ ਇੱਕ ਗੁਬਾਰਾ ਦਬਾ ਦਿੱਤਾ ਜਾਂਦਾ ਹੈ ਤਾਂ ਇਸਦੀ ਸ਼ਕਲ ਬਦਲ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂ ਹੁੰਦਾ ਵੀ, ਕਿਉਂਕਿ ਇਸ 'ਤੇ ਅਸੰਤੁਲਿਤ ਬਲ ਆ ਜਿਹੜਾ ਉਹ ਕੰਮ ਕਰਦਾ ਹੈ। ਨੈਕਸਟ, ਨਿਊਟਨ ਦੀ ਗਤੀ ਦੇ ਦੂਸਰੇ ਨਿਯਮ ਨੂੰ ਹੇਠ ਲਿਖੀਆਂ ਸਥਿਤੀਆਂ ਵਿੱਚ ਦੂਸਰਾ ਨਿਯਮ ਹੈ ਜਿਹੜਾ ਹੇਠ ਲਿਖੀਆਂ ਸਥਿਤੀਆਂ ਵਿੱਚ ਕਿਸ ਵਿੱਚ ਸ਼ਾਮਲ ਹੈ। ਇੱਕ ਫੋਰਸ ਇੱਕ ਹਲਕੇ ਬਾਣ ਦੇ ਨਾਲ ਇੱਕ ਭਾਰੀ ਬਾਣ ਨੂੰ ਵੀ ਰੋਕ ਸਕਦੀ ਹੈ ਜੋ ਚੱਲ ਰਹੀ ਹੈ। ਇੱਕ ਭਾਰੀ ਬਾਣ ਇੱਕ ਹਲਕੇ ਬਾਣ ਦੀ ਜ਼ਬਰਦਸਤੀ ਕੀਤੀ ਗਈ ਟੱਕਰ ਦੇ ਨਤੀਜੇ ਵਜੋਂ ਇੱਕ ਫੋਰਸ ਇੱਕ ਭਾਰੀ ਬਾਣ ਜੋ ਚੱਲਦੀ ਜਾ ਰਹੀ ਹੈ ਨਾਲੋਂ ਵਧੇਰੇ ਆਸਾਨੀ ਹਲਕੇ ਬਾਣ ਨੂੰ ਤੇਜ਼ ਕਰ ਸਕਦੀ ਹੈ। ਇਸ ਦੇ ਵਿੱਚ ਨਿਊਟਨ ਦਾ ਜਿਹੜਾ ਦੂਸਰਾ ਗਤੀ ਨਿਯਮ ਲੱਗਿਆ ਹੋਇਆ, ਕਿਉਂਕਿ ਜਿੰਨਾ ਮਾਸ ਆ ਜਿਹੜਾ ਜ਼ਿਆਦਾ ਹੋਊਗਾ ਉਨਾ ਮੋਮੈਂਟਮ ਵੀ ਜ਼ਿਆਦਾ ਹੋਏਗਾ। ਠੀਕ ਹੈ। ਉਹਨੂੰ ਤੇਜ਼ ਕਰ ਸਕਦੀ ਹੈ। ਨੈਕਸਟ,
1500 ਕਿਲੋਗ੍ਰਾਮ ਭਾਰ ਵਾਲੀ ਕਾਰ ਦੀ ਗਤੀ ਇਕਸਾਰ ਇਹ ਸੀਗਾ ਬੇਟਾ 1500 ਕਿਲੋਗ੍ਰਾਮ ਭਾਰ ਵਾਲੀ ਕਾਰ ਦੀ ਗਤੀ ਇਕਸਾਰ 36 ਕਿਲੋਮੀਟਰ ਪ੍ਰਤੀ ਘੰਟਾ ਤੋਂ 72 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੱਧਦੀ ਹੈ। ਕਾਰ ਦੀ ਰਫ਼ਤਾਰ ਵਿੱਚ ਕੀ ਤਬਦੀਲੀ ਆਏਗੀ? ਰਫ਼ਤਾਰ ਨਹੀਂ, ਅਸਲ ਵਿੱਚ ਇਹ ਸੰਵੇਗ ਵਿੱਚ ਪਰਿਵਰਤਨ ਦੀ ਦਰ ਪੁੱਛ ਰਹੇ ਨੇ ਵੀ ਸੰਵੇਗ ਵਿੱਚ ਕਿੰਨਾ ਪਰਿਵਰਤਨ ਆਏਗਾ। ਥੋੜ੍ਹੀ ਜਿਹੀ ਗਲਤੀ ਹੈ ਬੇਟਾ ਇਹਦੇ ਵਿੱਚ, ਸੰਵੇਗ ਵਿੱਚ ਪਰਿਵਰਤਨ। ਠੀਕ ਹੈ, ਤਾਂ ਆਪਾਂ ਕੀ ਕੱਢਣਾ? MV2 ਸੰਵੇਗ MV ਹੁੰਦਾ ਮਾਈਨਸ MV1 ਕੱਢਣਾ। V2 ਪਹਿਲਾਂ ਵਾਲੀ ਬਾਅਦ ਵਾਲੀ ਅਤੇ V1 ਪਹਿਲਾਂ ਵਾਲੀ। ਠੀਕ ਹੈ, M ਆਪਣੇ ਕੋਲ ਕਿੰਨਾ ਦਿੱਤਾ? 1500। ਤਾਂ ਆਪਾਂ 36 ਕਿਲੋਮੀਟਰ ਪ੍ਰਤੀ ਘੰਟਾ ਨੂੰ ਅਤੇ 72 ਕਿਲੋਮੀਟਰ ਪ੍ਰਤੀ ਘੰਟਾ ਨੂੰ ਮੀਟਰ ਪ੍ਰਤੀ ਸੈਕਿੰਡ 'ਚ ਬਦਲ ਦਈਏ। ਜੇ 36 ਕਿਲੋਮੀਟਰ ਪ੍ਰਤੀ ਘੰਟਾ ਨੂੰ ਬਦਲਦੇ ਆਪਾਂ, 1 ਕਿਲੋਮੀਟਰ ਦੇ ਵਿੱਚ 1000 ਹੁੰਦੇ ਆ, ਤਾਂ 36 ਕਿਲੋਮੀਟਰ ਦੇ ਵਿੱਚ 36000 ਹੋ ਜਾਣਗੇ ਮੀਟਰ। 1 ਘੰਟੇ ਦੇ ਵਿੱਚ 3600 ਸੈਕਿੰਡ ਹੁੰਦੇ ਆ। 3600 ਨਾਲ ਆਪਾਂ ਭਾਗ ਕਰ ਦਾਂਗੇ, 0 ਨਾਲ 0, 36 ਦਾ ਆਇਆ 360, ਮਤਲਬ 10 ਮੀਟਰ ਪਰ ਸੈਕਿੰਡ ਆ ਗਈ। ਐਵੇਂ 72 ਕਿਲੋਮੀਟਰ ਪ੍ਰਤੀ ਘੰਟਾ ਕੀ ਹੋ ਜਾਊਗਾ ਵੀ 20 ਮੀਟਰ ਪਰ ਸੈਕਿੰਡ ਹੋ ਜਾਊਗਾ। ਠੀਕ ਹੈ, ਤਾਂ ਆਪਾਂ ਉਹ ਲਾ ਦਿੰਦੇ ਹਾਂ ਸੰਵੇਗ ਵਿੱਚ ਪਰਿਵਰਤਨ ਦੀ ਦਰ MV2 ਮਾਈਨਸ V1। M ਆਪਣੇ ਕੋਲ 1500 ਹੈ, V2 ਮਾਈਨਸ V1 ਮਤਲਬ 20 ਮਾਈਨਸ 10, 20 ਚੋਂ 10 ਕੱਢ ਦਾਂਗੇ 10 ਹੋ ਜਾਏਗਾ। 1500 ਗੁਣਾ 10 ਮਤਲਬ 15000 ਕਿਲੋਗ੍ਰਾਮ ਮੀਟਰ ਪਰ ਸੈਕਿੰਡ। 15000 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਆ ਜਾਏਗਾ ਸੈਕਿੰਡ ਆਪਸ਼ਨ। ਚੱਲਦੀ ਟ੍ਰੇਨ ਵਿੱਚ ਇੱਕ ਯਾਤਰੀ ਇੱਕ ਸਿੱਕਾ ਸੁੱਟਦਾ ਹੈ ਜੋ ਉਹਦੇ ਪਿੱਛੇ ਪੈਂਦਾ ਹੈ। ਇਸ ਬਿਆਨ ਨੂੰ ਵੇਖਦੇ ਤੁਸੀਂ ਰੇਲ ਦੀ ਗਤੀ ਬਾਰੇ ਕੀ ਕਹਿ ਸਕਦੇ ਹੋ? ਕੀ ਗਤੀ ਹੈ ਬੇਟਾ? ਯੂਨੀਫਾਰਮ, ਇਕਸਾਰ। ਨੈਕਸਟ ਹੈ ਆਪਣਾ ਨਿਊਟਨ ਦੀ ਗਤੀ ਦਾ ਪਹਿਲਾ ਨਿਯਮ ਦੱਸਦਾ ਹੈ ਕਿ ਚੱਲਦੀ ਹੋਈ ਵਸਤੂ ਨੂੰ ਹਮੇਸ਼ਾ ਲਈ ਚੱਲਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਬਾਹਰੀ ਤਾਕਤਾਂ ਇਸ 'ਤੇ ਕੰਮ ਨਹੀਂ ਕਰਦੇ। ਪਰ ਚੱਲਦਾ ਸਾਈਕਲ ਕੁਝ ਸਮੇਂ ਬਾਅਦ ਰੁਕ ਜਾਂਦਾ ਹੈ ਜੇ ਅਸੀਂ ਇਸ ਨੂੰ ਪੈਡਲ ਮਾਰਨਾ ਬੰਦ ਕਰ ਦਿੰਦੇ ਹਾਂ। ਕੀ ਤੁਸੀਂ ਚੱਕਰ ਦੇ ਰੁਕਣ ਦਾ ਸਹੀ ਕਾਰਨ ਚੁਣ ਸਕਦੇ ਹੋ? ਕੀ ਹੋ ਸਕਦਾ ਵੀ ਹਵਾ ਚੱਲਦੀ ਹੋ ਸਕਦੀ ਹੈ। ਠੀਕ ਹੈ, ਅਤੇ ਸੜਕ ਦਾ ਜਿਹੜਾ ਰਗੜ ਵਾਲਾ ਉਹ ਕੰਮ ਕਰਦੇ ਨੇ, ਜਿਸ ਕਰਕੇ ਸਾਈਕਲ ਜਿਹੜਾ ਕੁਝ ਸਮੇਂ ਬਾਅਦ ਰੁਕ ਜਾਂਦਾ। ਮਤਲਬ ਪਹਿਲਾ ਅਤੇ ਤੀਜਾ ਆਪਸ਼ਨ ਹੈ ਜਿਹੜੀ ਉਹ ਸਹੀ ਆ ਜੂਗੀ। ਇੱਕ ਬੁਲਟ ਪ੍ਰੂਫ ਜੈਕਟ ਪਹਿਨਿਆ ਇੱਕ ਆਦਮੀ ਰੋਲਰ ਸਾਕਟ 'ਤੇ ਖੜ੍ਹਾ ਹੈ। ਕੁੱਲ ਪੁੰਜ 80 ਕਿਲੋਗ੍ਰਾਮ ਹੈ। ਪੁੰਜ 20 ਗ੍ਰਾਮ ਦੀ ਇੱਕ ਗੋਲੀ 400 ਮੀਟਰ ਪ੍ਰਤੀ ਸੈਕਿੰਡ ਨਾਲ ਵੱਜਦੀ ਹੈ। ਜੈਕਟ ਦੁਆਰਾ ਰੋਕਿਆ ਜਾਂਦਾ ਇਸ ਗੋਲੀ ਨੂੰ। ਮਨੁੱਖ ਜਿਹੜਾ ਜ਼ਮੀਨ 'ਤੇ ਡਿੱਗਦਾ ਹੈ, ਮਨੁੱਖ ਦਾ ਵੇਗ ਕੀ ਹੈ? ਬੇਟਾ ਇਸ ਸੰਵੇਗ ਸੁਰੱਖਿਆ ਦਾ ਨਿਯਮ ਲੱਗਦਾ ਇਹਦੇ ਵਿੱਚ। ਮਤਲਬ ਜਦੋਂ ਗੋਲੀ ਕੋਈ ਵੱਜਦੀ ਹੈ, ਬੰਦੂਕ ਦੇ ਵਿੱਚੋਂ ਨਿਕਲਦੀ ਹੈ, ਤਾਂ ਉਸਦਾ ਸੰਵੇਗ ਆ ਜਿਹੜਾ ਉਹ ਸੁਰੱਖਿਅਤ ਰਹਿੰਦਾ। ਜਾਂ ਉਹਦਾ ਫਾਰਮੂਲਾ ਲਾਵਾਂਗੇ ਆਪਾਂ M1U1 M2U2 ਬਰਾਬਰ ਹੋਊਗਾ M1V1 ਪਲੱਸ M2V2। ਇਹ ਗੋਲੀ ਚੱਲਣ ਤੋਂ ਪਹਿਲਾਂ ਦੀ ਸਥਿਤੀ ਹੈ, ਇਹ ਗੋਲੀ ਚੱਲਣ ਤੋਂ ਬਾਅਦ ਦੀ। ਹੁਣ ਸ਼ੁਰੂ ਦੇ ਵਿੱਚ ਜਿਹੜਾ ਗੋਲੀ ਜਦੋਂ ਨਹੀਂ ਚੱਲੀ ਸੀ ਉਦੋਂ ਗੋਲੀ ਰੈਸਟ 'ਤੇ ਸੀਗੀ, ਮਤਲਬ ਜਦ ਬੰਦੂਕ ਰੈਸਟ 'ਤੇ ਸੀ ਤਾਂ U1 ਕੀ ਸੀ? 0, ਤਾਂ ਆਹ ਚੀਜ਼ 0 ਹੋ ਜਾਏਗੀ। ਸਿਮਿਲਰਲੀ ਉਹ ਸ਼ੁਰੂ ਦੇ ਵਿੱਚ ਵਿਅਕਤੀ ਵੀ ਜਿਹੜਾ ਉਹ ਖੜ੍ਹਾ ਸੀਗਾ, ਉਹਦੀ ਕੋਈ ਵੇਗ ਨਹੀਂ ਸੀ, ਉਹ ਵੀ 0 ਸੀ, ਤਾਂ ਵੀ 0 ਹੋ ਜੂ। ਆਹ ਕੇਸ ਆ ਜਿਹੜਾ ਆਹ ਪਾਸਾ 0 ਹੋ ਜਾਏਗਾ। ਮਤਲਬ M1V1 ਪਲੱਸ M2V2 ਕਿਹਦੇ ਬਰਾਬਰ ਹੋ ਜਾਏਗਾ? 0 ਦੇ ਬਰਾਬਰ। ਠੀਕ ਹੈ, M1V1 ਪਲੱਸ M2V2 ਕਿਹਦੇ ਬਰਾਬਰ ਹੋ ਜਾਏਗਾ ਬੇਟਾ? 0 ਦੇ ਬਰਾਬਰ। ਤਾਂ ਇੱਥੋਂ ਭਰ ਦਾਂਗੇ ਆਪਾਂ M1 ਮਤਲਬ ਵਸਤੂ ਦਾ ਮੰਨ ਲਓ 80 ਕਿਲੋਗ੍ਰਾਮ ਹੈ ਪੁੰਜ। V1 ਉਹਦੀ ਵੈਲੋਸਿਟੀ ਆਪਾਂ ਫਾਈਨਲ ਪਤਾ ਕਰਨੀ ਹੈ ਵੀ ਕਿੰਨੀ ਹੋਊਗੀ। M2 ਗੋਲੀ ਦਾ 20 ਗ੍ਰਾਮ ਹੈ, ਤਾਂ ਉਹਨੂੰ ਆਪਾਂ ਕਿਲੋਗ੍ਰਾਮ 'ਚ ਬਦਲ ਦਾਂਗੇ, 20/1000 ਹੋ ਜਾਏਗਾ। ਇਹਦੀ ਵੈਲੋਸਿਟੀ ਕਿੰਨੀ ਹੈ ਬੇਟਾ? 400 ਮੀਟਰ ਪਰ ਸੈਕਿੰਡ ਬਰਾਬਰ 0 ਦੇ। 0 ਨਾਲ 0 ਕੱਟ ਦਈਏ ਤਾਂ ਆਪਣੇ ਕੋਲ 8 ਹੋ ਜਾਏਗਾ। 80 V1 ਬਰਾਬਰ 8 ਦੇ, -8 ਲਿਖ ਲਓ ਕਿਉਂਕਿ ਉੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ। V1 ਬਰਾਬਰ -8/80। V1 ਬਰਾਬਰ ਕਿਹਦੇ ਹੋ ਜੂ? -8 ਇੱਧਰ ਹੈਗਾ ਹੀ ਆ, 80 ਨਾਲ ਆਪਾਂ ਭਾਗ ਕਰ ਦਾਂਗੇ, ਆ ਇੱਧਰ ਜਾ ਕੇ ਭਾਗ 'ਚ ਹੋ ਜੂ। ਮਤਲਬ ਜੇ ਆਪਾਂ ਇਹਨੂੰ ਡਿਵਾਈਡ ਕਰ ਦਾਂਗੇ ਆਪਣੇ ਕੋਲ ਬਣ ਜੂ -0.1 ਮੀਟਰ ਪਰ ਸੈਕਿੰਡ। ਜਿਹੜੀ ਮਾਈਨਸ ਆ ਉਹ ਡਾਇਰੈਕਸ਼ਨ ਦੱਸਦੀ ਹੈ। ਠੀਕ ਹੈ, ਸਿਰਫ ਆਪਾਂ ਦਿਸ਼ਾ ਦੱਸਦੀ ਹੈ। ਮਤਲਬ ਇਹਦੀ ਜਿਹੜੀ ਆਪਸ਼ਨ ਸਹੀ ਆ ਜੂਗੀ ਉਹ 0.1 ਮੀਟਰ ਪਰ ਸੈਕਿੰਡ ਆਊਗੀ। ਠੀਕ ਹੈ, ਆਡ ਆਪਸ਼ਨ। ਨੈਕਸਟ, ਚੱਲਦੀ ਵਸਤੂ ਦਾ ਸੰਵੇਗ ਨੂੰ ਮਾਪਣ ਦੀ ਇਕਾਈ ਇਹ ਹੈ। ਸੰਵੇਗ ਆ ਜਿਹੜਾ P ਮੋਮੈਂਟਮ ਉਹ ਕਿਹਦੇ ਬਰਾਬਰ ਹੁੰਦਾ? MV ਦੇ। M ਮਤਲਬ ਮਾਸ ਕਿਹਦੇ ਵਿੱਚ ਹੁੰਦਾ ਬੇਟਾ? ਕਿਲੋਗ੍ਰਾਮ। ਵੈਲੋਸਿਟੀ ਕਿਹਦੇ ਵਿੱਚ ਹੁੰਦੀ ਹੈ? ਮੀਟਰ ਪਰ
ਸੈਕਿੰਡ। ਤਾਂ ਇਹਦੀ ਯੂਨਿਟ ਆ ਜੂਗੀ ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਕਿਲੋਗ੍ਰਾਮ ਐਮ ਪਰ ਐਸ। ਠੀਕ ਹੈ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਆੜਾ ਆਪਸ਼ਨ। ਇੱਕ ਚਲਦੀ ਵਸਤੂ ਦੀ ਜੜਤਾ ਇਸ 'ਤੇ ਨਿਰਭਰ ਕਰਦੀ ਹੈ। ਵਸਤੂ ਦਾ ਪੁੰਜ, ਸੰਵੇਗ, ਵਸਤੂ ਦੀ ਚਾਲ, ਵਸਤੂ ਦੀ ਸ਼ਕਲ ਕਿਸ 'ਤੇ ਨਿਰਭਰ ਕਰਦੀ ਹੈ ਬੇਟਾ? ਵਸਤੂ ਦੇ ਪੁੰਜ 'ਤੇ ਨਿਰਭਰ ਕਰਦੀ ਹੈ ਇਕੱਲੇ 'ਤੇ। ਤਾਂ ਸਿਰਫ ਪਹਿਲੀ ਆਪਸ਼ਨ ਸਹੀ ਹੈ। ਬਲ ਦੀ ਐਸਆਈ ਇਕਾਈ ਕੀ ਹੈ? ਬਹੁਤ ਇੰਪੋਰਟੈਂਟ ਹੈ। ਕੀ ਹੈ ਵੀ? ਨਿਊਟਨ। ਪੁੰਜ ਅਤੇ ਵੇਗ ਦੇ ਉਤਪਾਦ ਦੁਆਰਾ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਪੁੰਜ ਅਤੇ ਵੇਗ। ਹੁਣੀ ਆਪਾਂ ਗੱਲ ਕੱਟ ਕੇ ਹਟੇ ਹਾਂ। P=mv ਹੁੰਦਾ, ਮਤਲਬ ਕੀ ਪ੍ਰਾਪਤ ਹੁੰਦਾ ਸਾਨੂੰ? ਮੋਮੈਂਟਮ ਯਾਨੀ ਕਿ ਸੰਵੇਗ। ਕਿਸੇ ਵਸਤੂ ਦੀ ਸੰਵੇਗ ਦੀ ਤਬਦੀਲੀ ਦੀ ਦਰ ਅਨੁਪਾਤਕ ਹੈ। ਸੰਵੇਗ ਵਿੱਚ ਪਰਿਵਰਤਨ ਦੀ ਦਰ ਨੂੰ ਆਪਾਂ ਕੀ ਬੋਲਦੇ ਹਾਂ ਬੇਟਾ? ਸੰਵੇਗ ਵਿੱਚ ਪਰਿਵਰਤਨ ਦੀ ਦਰ ਨੂੰ ਆਪਾਂ ਕੀ ਬੋਲਦੇ ਹਾਂ? ਵਸਤੂ 'ਤੇ ਕਿੰਨਾ ਬਲ ਲੱਗ ਰਿਹਾ ਹੈ, ਵਸਤੂ 'ਤੇ ਨੈੱਟ ਬਲ ਕਿੰਨੀ ਲਾਗੂ ਹੋਈ ਹੈ। ਤਾਂ ਇਹ ਆਪਸ਼ਨ ਇਹਦੇ ਲਈ ਸਹੀ ਆ ਜੂਗੀ। ਨੈਕਸਟ ਵਰਕਸ਼ੀਟ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਅਤੇ ਥੈਂਕ ਯੂ ਬੇਟਾ।